ਹਾਂਜੀ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਿੰਡਾਂ ਵਾਲੇ 'ਤੇ। ਆਪਾਂ ਪੜ੍ਹ ਰਹੇ ਹਾਂ ਕਲਾਸ 10th ਮੈਥਮੈਟਿਕਸ, ਚੈਪਟਰ ਕੁਆਡਰੇਟਿਕ ਇਕੁਏਸ਼ਨਸ, ਐਕਸਰਸਾਈਜ਼ 4.4 ਐਂਡ ਆਪਾਂ ਬੁੱਕ ਫੋਲੋ ਕਰ ਰਹੇ ਹਾਂ NCERT ਦੀ। ਲਾਸਟ ਵੀਡੀਓ ਵਿੱਚ ਆਪਾਂ ਸਟੱਡੀ ਕੀਤਾ ਸੀ ਕਿ ਕਿਵੇਂ ਕੁਆਡਰੇਟਿਕ ਇਕੁਏਸ਼ਨ ਨੂੰ ਕੁਆਡਰੇਟਿਕ ਫਾਰਮੂਲੇ ਦੇ ਨਾਲ ਸੋਲਵ ਕਰਨਾ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਆਡਰੇਟਿਕ ਫਾਰਮੂਲੇ ਦੀ ਹੈਲਪ ਦੇ ਨਾਲ ਕਿਵੇਂ ਨੇਚਰ ਆਫ ਰੂਟਸ ਫਾਈਂਡ ਕਰਨੇ ਨੇਗੇ ਇਹ ਸਟੱਡੀ ਕਰਾਂਗੇ ਤੇ ਕਿਹੜੇ ਕੁਐਸਚਨ ਇੰਪੋਰਟੈਂਟ ਨੇ ਆਪਾਂ ਉਹ ਦੇਖਾਂਗੇ। ਆਪਣੇ ਫਰੈਂਡਸ ਜਿਹੜੇ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਦਬਾਉਣ ਤੇ ਜੇ ਪੜਾਉਣ ਦਾ ਢੰਗ ਵਧੀਆ ਲੱਗੇ ਤਾਂ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਨ ਤੇ ਲਾਈਕ ਜ਼ਰੂਰ ਕਰਨ। ਜਿਹੜਾ ਆਪਾਂ ਪੜ੍ਹ ਰਹੇ ਹਾਂ ਇਹ ਸਾਰਾ ਮਟੀਰੀਅਲ ਇਹਨਾਂ ਦੇ PDF ਨੋਟਸ ਤੇ ਤੁਹਾਡੀ ਕੁਐਰੀਜ਼ ਡਿਸਕਸ ਕਰਨ ਦੇ ਲਈ ਆਪਾਂ ਇੱਕ ਟੈਲੀਗ੍ਰਾਮ ਚੈਨਲ ਬਣਾਇਆ, ਉਹਦਾ ਨਾਮ ਹੈ ਮੇਕ ਮੈਥਸ ਈਜ਼ੀ ਵਿਦ ਸਤਿੰਦਰ ਸਰ। ਉਹਨੂੰ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਗਿਵਨ ਆ, ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਤੇ ਆਪਣੇ ਕੁਐਰੀਜ਼ ਨੇ ਤੇ ਜਿਹੜੀਆਂ PDF ਨੋਟਸ ਨੇ ਉੱਥੇ ਆ ਕੇ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਲਾਸਟ ਵੀਡੀਓ ਵਿੱਚ ਆਪਾਂ ਸਟੱਡੀ ਕੀਤਾ ਸੀ ਕੁਆਡਰੇਟਿਕ ਇਕੁਏਸ਼ਨ ਬਾਰੇ। ਉੱਥੇ ਪੜ੍ਹੇ ਸੀ ਆਪਾਂ ਸਟੈਂਡਰਡ ਫਾਰਮ ax² + bx + c = 0 ਤੇ ਕੰਡੀਸ਼ਨ ਸੀ ਵੀ a ਦੀ ਵੈਲਿਊ ਨੋਨ ਜ਼ੀਰੋ ਹੋਣੀ ਚਾਹੀਦੀ ਆ, ਕਿਉਂਕਿ ਜੇ a ਦੀ ਵੈਲਿਊ ਜ਼ੀਰੋ ਹੋ ਗਈ ਤਾਂ ਇਹ ਟਰਮ ਡਿਸਅਪੀਅਰ ਹੋ ਜੂ ਤੇ ਇਹ ਕੁਆਡਰੇਟਿਕ ਹੀ ਨਹੀਂ ਰਹਿਣੀ। ਤੇ ਕੁਆਡਰੇਟਿਕ ਇਕੁਏਸ਼ਨ ਦਾ ਜਿਹੜਾ ਫਾਰਮੂਲਾ ਸੀ ਕੁਆਡਰੇਟਿਕ ਫਾਰਮੂਲਾ, ਉਹਦੇ ਅਕੋਰਡਿੰਗ x ਦੀ ਜਿਹੜੇ ਵੈਲਿਊਜ਼ ਨੇ ਉਹ ਫਾਈਂਡ ਕਰਨ ਦਾ ਮੈਥਡ ਹੈ -b ± b² - 4ac √/2a। ਆਪਾਂ ਰੂਟਸ ਫਾਈਂਡ ਕਰ ਸਕਦੇ ਜਾਂ ਨਹੀਂ ਕਰ ਸਕਦੇ ਇਹ ਡਿਪੈਂਡ ਕਰਦਾ ਸੀਗਾ b² - 4ac ਦੀ ਵੈਲਿਊ ਤੇ। ਇਹਨੂੰ ਆਪਾਂ ਕਹਿੰਦੇ ਆ ਡਿਸਕ੍ਰਿਮੀਨੈਂਟ। ਹੁਣ ਇਹਦੀਆਂ ਵੈਲਿਊਜ਼ ਤਿੰਨ ਤਰ੍ਹਾਂ ਦੇ ਵੈਲਿਊ ਆਪਾਂ ਸਟੱਡੀ ਕੀਤੀਆਂ। ਪਹਿਲਾ ਕੇਸ ਆਪਾਂ ਪੜ੍ਹਿਆ ਸੀ ਵੀ ਜੇ b² - 4ac ਦੀ ਵੈਲਿਊ ਪੋਜ਼ਿਟਿਵ ਆਉਂਦੀ ਆ, ਮੀਨਿੰਗ ਕਿ ਗ੍ਰੇਟਰ ਦੈਨ 0 ਆਉਂਦੀ ਆ, ਉਦੋਂ ਆਪਾਂ ਇੱਥੇ ਵੈਲਿਊ ਭਰ ਕੇ ਦੋ ਅਲੱਗ-ਅਲੱਗ ਰੂਟ ਫਾਈਂਡ ਕਰ ਲੈਂਦੇ ਸੀ। ਇੱਕ ਵਾਰੀ ਪਲੱਸ ਦੇ ਨਾਲ ਲਿਖਦੇ ਸੀ, ਇੱਕ ਵਾਰ ਮਾਈਨਸ ਦੇ ਨਾਲ ਲਿਖਦੇ ਸੀ। ਇਹਦਾ ਮੀਨਿੰਗ ਕਿ ਜਦੋਂ b² - 4ac ਗ੍ਰੇਟਰ ਦੈਨ 0 ਆ ਤਾਂ ਉਦੋਂ ਆਪਾਂ ਕਹਿ ਸਕਦੇ ਹਾਂ ਰੂਟਸ ਆਰ ਰੀਅਲ ਐਂਡ ਡਿਸਟਿੰਕਟ। ਡਿਸਟਿੰਕਟ ਦਾ ਮੀਨਿੰਗ ਕਿ ਦੋ ਵੱਖਰੇ ਵੱਖਰੇ ਰੂਟਸ ਪੋਸੀਬਲ ਨੇਗੇ। ਟੂ ਡਿਸਟਿੰਕਟ ਰੂਟਸ ਆਰ ਪੋਸੀਬਲ ਐਂਡ ਰੀਅਲ ਰੂਟਸ ਆਰ ਪੋਸੀਬਲ। ਇਹਦੇ ਕੇਸ ਵਿੱਚ ਜਦੋਂ ਵੈਲਿਊ ਗ੍ਰੇਟਰ ਦੈਨ 0 ਹੋਵੇਗੀ ਤਾਂ ਰੀਅਲ ਰੂਟਸ ਪੋਸੀਬਲ ਨੇ ਤੇ ਦੋਨੇ ਡਿਸਟਿੰਕਟ ਹੋਣਗੇ, ਮੀਨਿੰਗ ਕਿ ਵੱਖਰੀਆਂ ਵੱਖਰੀਆਂ ਵੈਲਿਊਜ਼ ਆਉਣਗੀਆਂ। ਤੇ ਦੂਸਰਾ ਕੇਸ ਆਪਾਂ ਸਟੱਡੀ ਕੀਤਾ ਸੀ ਜਦੋਂ b² - 4ac ਦੀ ਵੈਲਿਊ 0 ਹੋ ਜਾਏ। ਜਦੋਂ ਵੈਲਿਊ 0 ਹੋ ਜਾਏ ਉਸ ਟਾਈਮ ਤੇ ਇਹਦਾ ਰੂਟ ਵੀ 0 ਆਏਗਾ ਤੇ ਪਰ ਆਪਾਂ ਫਾਈਂਡ ਦਾ ਕਰ ਸਕਦੇ ਹਾਂ ਤੇ 0 ਇੱਕ ਰੀਅਲ ਨੰਬਰ ਆ। ਇਹਦਾ ਮੀਨਿੰਗ ਕਿ ਅਗੇਨ ਦੂਸਰੇ ਕੇਸ ਵਿੱਚ ਜਿਹੜੇ ਰੂਟਸ ਨੇ ਰੂਟਸ ਆਰ ਰੀਅਲ ਤੇ ਪਰ ਇੱਥੇ ਗੱਲ ਕੀ ਹੋਣੀ ਆ ਵੀ ਜਦੋਂ 0 ਭਰਾਂਗੇ 0 ਐਡ ਕਰਨ ਤੇ ਜਾਂ 0 ਸਬਟਰੈਕਟ ਕਰਨ ਤੇ ਕੋਈ ਫਰਕ ਨਹੀਂ ਪੈਣਾ। ਤੇ ਇਹਦਾ ਮੀਨਿੰਗ ਜਿਹੜੇ ਰੂਟਸ ਹੋਣਗੇ ਆਪਾਂ ਇਹ ਵੀ ਪੜ੍ਹਿਆ ਸੀ ਕਿ ਕੁਆਡਰੇਟਿਕ ਦੇ ਦੋ ਰੂਟਸ ਪੋਸੀਬਲ ਨੇ ਤਾਂ ਦੋਨੇ ਰੂਟਸ ਦੀ ਵੈਲਿਊ 0 ਐਡ ਕਰਾਂਗੇ ਜਾਂ ਸਬਟਰੈਕਟ ਕਰਾਂਗੇ ਤਾਂ ਸੇਮ ਹੀ ਰਹਿ ਜਾਣੀਆਂ ਤੇ ਰੂਟਸ ਆਰ ਰੀਅਲ ਐਂਡ ਇਕੁਅਲ। ਮੀਨਿੰਗ ਕਿ ਦੋ ਰੂਟਸ ਨੇ ਦੋਨੇ ਦੀ ਵੈਲਿਊ ਵੀ ਸੇਮ ਹੀ ਹੈ, ਕਿਉਂਕਿ ਪਲੱਸ ਮਾਈਨਸ ਕਰਕੇ 0 ਨੂੰ ਕੋਈ ਫਰਕ ਨਹੀਂ ਪੈਣਾ। ਵੈਲਿਊ ਕਿੰਨੀ ਹੋਏਗੀ -b/2a। ਜਿਹੜਾ ਆਪਣਾ ਥਰਡ ਕੇਸ ਹੈ, ਥਰਡ ਕੇਸ ਦੇ ਵਿੱਚ ਆਪਾਂ ਕਹਿੰਦੇ ਆ b² - 4ac ਜਦੋਂ ਲੈਸ ਦੈਨ 0 ਹੋਏਗਾ। ਲੈਸ ਦੈਨ 0 ਦਾ ਮੀਨਿੰਗ ਕਿ ਨੈਗੇਟਿਵ ਹੋਏਗਾ। ਨੈਗੇਟਿਵ ਦੇ ਅਕੋਰਡਿੰਗ ਆਪਾਂ ਨੂੰ ਪਤਾ ਵੀ ਇਹ ਇਮੇਜਨਰੀ ਨੰਬਰ ਬਣਨਾ ਜਿਹੜਾ +1 ਦੇ ਸਟੱਡੀ ਕਰਨਾ। 10th ਤੱਕ ਆਪਾਂ ਰੀਅਲ ਨੰਬਰ ਸਟੱਡੀ ਕਰਨੇ। ਆਪਾਂ ਇੱਥੇ ਸਿੰਪਲੀ ਇਹ ਕਹਿ ਕੇ ਛੱਡ ਦਾਂਗੇ ਕਿ ਰੂਟਸ ਆਰ ਨਾਟ ਰੀਅਲ। ਜਦੋਂ ਨੈਗੇਟਿਵ ਵੈਲਿਊ ਆਏਗੀ ਤਾਂ ਆਪਾਂ ਫਾਈਂਡ ਨਹੀਂ ਕਰ ਸਕਦੇ ਤਾਂ ਆਪਾਂ ਲਿਖਾਂਗੇ ਰੂਟਸ ਆਰ ਨਾਟ ਰੀਅਲ ਜਾਂ ਆਪਾਂ ਕਹਿ ਦਾਂਗੇ ਨੋ ਰੀਅਲ ਰੂਟ ਇਜ਼ ਪੋਸੀਬਲ। ਤਾਂ ਤਿੰਨ ਕੇਸ ਨੇਗੇ ਗ੍ਰੇਟਰ ਦੈਨ 0, ਦੋ ਰੂਟਸ ਨੇ ਰੀਅਲ ਨੇ ਤੇ ਡਿਸਟਿੰਕਟ ਨੇਗੇ। b² - 4ac ਵਿੱਚ ਰੂਟਸ ਰੀਅਲ ਨੇ ਤੇ ਇਕੁਅਲ ਨੇ। b² - 4ac ਦੀ ਲੈਸ ਦੈਨ 0 ਵਿੱਚ ਰੂਟਸ ਆਰ ਨਾਟ ਰੀਅਲ। ਤੇ ਹੁਣ ਆਪਾਂ ਦੇਖਦੇ ਹਾਂ ਕਿ ਐਕਸਰਸਾਈਜ਼ ਦੇ ਵਿੱਚ ਆਪਾਂ ਨੂੰ ਕੀ ਜਿਹੜੀਆਂ ਪ੍ਰੋਬਲਮਸ ਦਿੱਤੀਆਂ ਹੋਈਆਂ ਨੇਗੀਆਂ। ਪਹਿਲੀ ਪ੍ਰੋਬਲਮ ਆਪਾਂ ਨੂੰ ਗਿਵਨ ਆ find the nature of the roots of the following quadratic equations if the real roots exist find them। ਆਪਾਂ ਨੇ ਰੂਟਸ ਦੀ ਨੇਚਰ ਪਤਾ ਕਰਨੀ ਆ ਤੇ ਜੇ ਰੀਅਲ ਨੇ ਤਾਂ ਉਹਨਾਂ ਦੀ ਵੈਲਿਊਜ਼ ਫਾਈਂਡ ਕਰਨੀਆਂ ਨੇ।
ਤਾਂ ਪਹਿਲੇ ਪ੍ਰੋਬਲਮ ਦੇ ਵਿੱਚ ਪਹਿਲਾ ਪਾਰਟ ਆਪਾਂ ਨੂੰ ਗਿਵਨ ਆ 2x ਸਕੁਅਰ minus 3x plus 5 is equal to 0। इथों स्टैंडर्ड दे नाल कंपेयर करके a ਦੀ वैल्यू 2 b ਦੀ वैल्यू -3 ਤੇ c ਦੀ वैल्यू 5। ਹੁਣ ਜਿਹੜਾ ਆਪਾਂ ਸਟੱਡੀ ਕੀਤਾ ਇਹ ਆਪਾਂ ਪਹਿਲਾਂ ਡਿਸਕ੍ਰਿਮੀਨੈਂਟ ਦੀ ਵੈਲਿਊ ਫਾਈਂਡ ਕਰਦੇ ਹਾਂ ਤੇ ਫਿਰ ਡਿਸਾਈਡ ਕਰਾਂਗੇ ਕਿ ਰੂਟਸ ਦੀ ਨੇਚਰ ਕਿੱਦਾਂ ਦੀ ਆ ਤੇ ਜੇ ਰੀਅਲ ਹੈ ਤਾਂ ਆਪਾਂ ਫਾਈਂਡ ਕਰਾਂਗੇ। b ਸਕੁਅਰ -4ac ਦੀ ਵੈਲਿਊ ਕੀ ਹੈਗੀ b ਦੀ ਵੈਲਿਊ -3 ਸਬਸਟੀਟਿਊਟ ਕਰਦੇ ਹਾਂ -4 into a ਦੀ ਵੈਲਿਊ 2 ਹੈ into c ਦੀ ਵੈਲਿਊ 5 ਆ ਸੋਲਵ ਕਰਕੇ ਜਾਏਗਾ 9 -4 into 2 8 8 into 5 40 9 minus 40 is equal to -31 ਤੇ ਇਹ ਆਪਣਾ ਲੈਸ ਦੈਨ 0 ਆ ਤੇ ਲੈਸ ਦੈਨ 0 ਦੇ ਕੇਸ ਵਿੱਚ ਇਹ ਨੈਗੇਟਿਵ ਨੰਬਰ ਹੋਏਗਾ ਤਾਂ ਆਪਾਂ ਲਿਖਾਂਗੇ no real root is possible। ਆਪਾਂ रूट फाइंड नहीं कर सकते। ਤੇ दूसरी प्रॉब्लम जी अपनी दी होगी ਇਹਦਾ दूसरा पार्ट अपन गिवन आ 3x स्क्वायर -4 on root 3x plus 4 is equal to 0। कंपेयर करने ते a ਦੀ वैल्यू 3 b ਦੀ वैल्यू -4 on root 3 c ਦੀ वैल्यू 4। फिर आप डिस्क्रिमिनेंट की वैल्यू फाइंड करते हैं इतने b स्क्वायर -4ac इज इक्वल टू b की वैल्यू -4 on root 3 सबस्टिट्यूट करते हैं -4 into a वैल्यू 3 है into c की वैल्यू 4 है सॉल्व करके है 4 स्क्वायर 16 on root 3 स्क्वायर 3 16 into 3 48 -4 3 या 12 12 into 4 48 is equal to 0। ਜਦੋਂ ਡਿਸਕ੍ਰਿਮੀਨੈਂਟ ਦੀ ਵੈਲਿਊ 0 ਹੁੰਦੀ ਆ ਤਾਂ ਉਸ ਟਾਈਮ ਤੇ ਰੂਟਸ ਰੀਅਲ ਹੁੰਦੇ ਨੇ ਤੇ ਉਹਨਾਂ ਦੀ ਵੈਲਿਊ ਇਕੁਅਲ ਹੁੰਦੀ ਆ ਤਾਂ ਆਪਾਂ ਸਿੰਪਲੀ x ਦੀ ਵੈਲਿਊ ਕੀ ਲਿਖਾਂਗੇ ਇੱਥੇ ਵੈਲਿਊ 0 ਭਰਾਂਗੇ ਤਾਂ ਇਹ ਰਹਿਣਾ -b/2a ਤਾਂ ਆਪਣੇ ਰੂਟਸ ਕੀ ਹੋਣਗੇ ਫਿਰ -b/2a ਦੂਸਰਾ ਵੀ ਆਪਣਾ ਆਣਾ -b/2a ਕਿਉਂਕਿ 0 ਐਡ ਕਰਾਂਗੇ ਜਾਂ ਸਬਟਰੈਕਟ ਕਰਾਂਗੇ ਕੋਈ ਫਰਕ ਨਹੀਂ ਪੈਣਾ ਤੇ ਆਪਣਾ ਆਨਸਰ ਹੋਗਾ -b। ਇਹਦੇ ਅੱਗੇ ਮਾਈਨਸ ਲਗਾਵਾਂਗੇ ਤਾਂ ਇਹ ਮਾਈਨਸ ਮਾਈਨਸ ਪਲੱਸ ਹੋਵੇ ਨਾ ਡਿਵਾਈਡ ਬਾਈ 2 into a ਦੀ ਵੈਲਿਊ ਕਿੰਨੀ ਆ 3 ਆ ਇਹ ਕੈਂਸਲ ਕਰਕੇ ਆਪਣਾ ਰਹਿ ਜਾਣਾ 2 on root 3 डिवाइड बाई 3 दूसरी वैल्यू भी अपनी 2 on root 3 डिवाइड बाई 3 2 इक्वल रूट्स अपने आउणगे ते थर्ड प्रॉब्लम विच आपां नूं जिहड़ा गिवन है थर्ड पार्ट जिहड़ी इक्वेशन गिवन हैगी वो है 2x स्क्वायर -6x प्लस 3 इज इक्वल टू 0। इत्थे कंपेयर करते a की वैल्यू अपनी 2 b की वैल्यू -6 c की वैल्यू 3 तो जे आप डिस्क्रिमिनेंट की वैल्यू फाइंड करिए b स्क्वायर -4ac की वैल्यू सबस्टिट्यूट करके -6 का स्क्वायर -4 into a की वैल्यू 2 है into c की वैल्यू 3 है तो सिंपलीफाई करके ये होना 36 -4 into 2 8 8 into 3 24 is equal to 12। ये ग्रेटर देन 0 आ मीनिंग कि 2 रूट्स ने जिहड़े पॉसिबल ने दिस टाइम ते वो रियल होणगे तो आप x की वैल्यू लिख सकते हैं माइनस ऑफ b माइनस ऑफ -6 प्लस 6 बन गया प्लस माइनस b स्क्वायर -4ac इसकी वैल्यू 12 अपने को डिवाइड बाई 2 into a की वैल्यू कितनी है 2 आ तो आपने ये पहला भी स्टडी किया कि किवें फैक्टराइज करना तो आपने लिख सकते हैं 6 प्लस माइनस इनू फैक्टराइज करके जो आप स्क्वायर रूट फाइंड करेंगे तो ये होना 2 on root 3 डिवाइड बाई 2 into 2 उपरों 2 कॉमन लैके आप नीचे एक 2 नाल कैंसल करा देंगे तो अपना आंसर बचना 3 प्लस माइनस इतने 2 से कॉमन लैके 3 रह गया इतों 2 कॉमन लैके on root 3 रह गया एक 2 कैंसल हो गया तो बाकी रह गया 2 तो अपने 2 रूट्स पॉसिबल हो गए पहला केड़ा गया 3 प्लस on root 3 डिवाइड बाई 2 तो दूसरा आ गया 3 माइनस on root 3 डिवाइड बाई 2। तो नैक्सट प्रॉब्लम नंबर 2 है उसका फर्स्ट पार्ट की गिवन आपां नूं
given a find the value of k for each of the following quadratic equations so that they have two equal roots। two equal roots का मीनिंग की है डिस्क्रिमिनेंट की वैल्यू 0 होगी। फर्स्ट पार्ट ਦੇ ਵਿੱਚ ਆਪਾਂ ਨੂੰ ਗਿਵਨ ਹੈ ਇੱਥੇ 2x² plus kx plus 3 is equal to 0 ਤੇ ਆਪਾਂ ਨੂੰ ਗਿਵਨ ਹੈ ਕਿ डिस्क्रिमिनेंट है जो 0 होगी वैल्यू क्योंकि इक्वल रूट्स गिवन है। इक्वल रूट्स के विच b² - 4ac अपना 0 होगा। तो आप कंपेयर करिए a की वैल्यू 2 है, b की वैल्यू k आ ते c की वैल्यू 3 है। अपन गिवन है b² - 4ac इज इक्वल टू 0 क्योंकि 2 इक्वल रूट्स पॉसिबल ने। b की वैल्यू कितनी होगी अपने को k² - 4 into a की वैल्यू कितनी है 2 into c की वैल्यू कितनी है 3 इज इक्वल टू 0। तो इतो k² - 4 into 2 8 8 into 3 24 is equal to 0। तो आप इतो कह सकते हैं k² is equal to 24। तो इसे दोबारा डिस्क्रिमिनेंट ला लो, चाहे आप डायरेक्ट k की वैल्यू लिख देते हैं k is equal to प्लस माइनस स्क्वायर रूट ऑफ 24 जिन्हों आप लिख सकते हैं फर्दर प्लस माइनस 2√6। क्लियर। तो नैक्सट अपना ਜਿਹੜਾ ਦਾ ਸੈਕੰਡ ਪਾर्ट ਆ ਉੱਥੇ ਆਪਾਂ ਨੂੰ ਗਿਵਨ ਹੈ kx into x minus 2 plus 6 is equal to 0। पहले अपन सिंपलीफाई कर लिए kx ਨੂੰ ਅੰਦਰ ਮਲਟੀਪਲਾਈ ਕੀਤਾ ਤਾਂ ਇਹ ਬਣ ਗਿਆ kx² minus 2kx plus 6 is equal to 0। कंपेयर करके a ਦੀ ਵੈਲਿਊ ਆਪਣੇ ਕੋਲ ਆ ਗਈ k, b ਦੀ ਵੈਲਿਊ -2k, c ਦੀ ਵੈਲਿਊ ਆਪਣੇ ਕੋਲ ਆ ਗਈ 6। ਤੇ ਜਦੋਂ ਆਪਾਂ ਡਿਸਕ੍ਰਿਮੀਨੈਂਟ ਦੀ ਵੈਲਿਊ 0 ਰੱਖਾਂਗੇ b² - 4ac is equal to 0। ਤਾਂ ਇੱਥੇ b ਦੀ ਵੈਲਿਊ ਸਬਸਟੀਟਿਊਟ ਕਰਕੇ -2k ਦਾ ਸਕੁਅਰ -4 into a ਦੀ ਵੈਲਿਊ k ਹੈਗੀ into c ਦੀ ਵੈਲਿਊ 6 ਹੈਗੀ is equal to 0। ਤਾਂ ਇਹ ਬਣ ਗਿਆ 4k² - 4k into 6 -24k is equal to 0। ਸਿੰਪਲੀਫਾਈ ਕਰਨ ਦੇ ਲਈ ਆਪਾਂ ਜਿੰਨਾ ਵੀ ਫੈਕਟਰ ਕਾਮਨ ਕੱਢ ਲੈਣੇ ਹੈਗੇ ਤਾਂ 4k ਕਾਮਨ ਲੈ ਕੇ ਇੱਥੇ ਬਚਿਆ k, ਇੱਥੇ ਬਚਿਆ 6 is equal to 0। ਜੇ ਦੋ ਫੈਕਟਰਸ ਦਾ ਜਾਂ ਦੋ ਟਰਮਸ ਦਾ ਪ੍ਰੋਡਕਟ 0 ਆ ਜਾਂ ਤਾਂ ਪਹਿਲੀ ਟਰਮ 0 ਹੋਏਗੀ ਤੇ ਜਾਂ ਦੂਸਰੀ ਟਰਮ 0 ਹੋਏਗੀ। ਇੱਥੋਂ k ਦੀ ਵੈਲਿਊ 0 ਆ ਗਈ, ਇੱਥੋਂ k ਦੀ ਵੈਲਿਊ 6 ਆ ਗਈ। ਜਿਹੜੀ k ਦੀ ਵੈਲਿਊ 0 ਹੈ ਇਹਨੂੰ ਆਪਾਂ ਰਿਜੈਕਟ ਕਰਾਂਗੇ ਕਿਉਂ? ਕਿਉਂਕਿ ਜੇ k ਦੀ ਵੈਲਿਊ 0 ਹੋ ਗਈ ਤਾਂ a ਦੀ ਵੈਲਿਊ 0 ਹੋ ਜਾਣੀ ਆ। ਆਪਾਂ ਨੂੰ ਪਤਾ ਕੁਆਡਰੇਟਿਕ ਇਕੁਏਸ਼ਨ ਦੇ ਕੇਸ ਵਿੱਚ a ਦੀ ਵੈਲਿਊ ਨਾਨ ਜ਼ੀਰੋ ਹੁੰਦੀ ਆ ਤੇ ਜੇ 0 ਵੀ ਤਾਂ ਇਹਨੇ ਕੁਆਡਰੇਟ ਨਹੀਂ ਰਹਿਣਾ, ਇਸ ਲਈ k ਦੀ ਵੈਲਿਊ ਆਪਾਂ 0 ਨਹੀਂ ਰੱਖਾਂਗੇ ਤਾਂ k ਦੀ ਵੈਲਿਊ ਕੀ ਹੋਗੀ ਆਪਣੇ ਕੋਲੇ 6 ਆਏਗੀ। ਕਲੀਅਰ। ਤੇ ਨੈਕਸਟ ਹੈ ਪ੍ਰੋਬਲਮ ਨੰਬਰ 3। ਉੱਥੇ ਆਪਾਂ ਨੂੰ ਕੀ ਗਿਵਨ ਆ? ਪ੍ਰੋਬਲਮ ਨੰਬਰ 3 ਦੇ ਵਿੱਚ ਆਪਾਂ ਨੂੰ ਗਿਵਨ ਹੈ Is it possible to design a rectangular mango grove whose length is twice its breadth and the area is 800 meters square? If so, find its length and breadth। ਆਪਾਂ ਨੇ ਇੱਕ rectangular field given ਹੈਗਾ, ਉਹਨਾਂ ਨੇ ਪੁੱਛਿਆ ਵੀ ਇਹ possible ਹੈ ਕੰਡੀਸ਼ਨ ਜਾਂ ਨਹੀਂ। ਕੀ given ਆਪਾਂ ਨੂੰ its length is twice its breadth। आप ब्रैथ यूज करने लेट ब्रैथ इज x मीटर, ये लेंथ है ट्वाइस होगी 2x मीटर। गिवन की है इसका एरिया इज 800 मीटर स्क्वायर। तो आपको पूछा भी ये कंडीशन पॉसिबल है या नहीं, तो आपको पता भी किसी रेक्टेंगुलर फील्ड का एरिया की होगा लेंथ इंटू ब्रैथ x इंटू 2x इज इक्वल टू 800। तो प्रोडक्ट करके इन्होंने 2x² is equal to 800, x² is equal to 400। इथों डायरेक्ट तुम लिख सकते हो कि x is equal to प्लस माइनस 400 का रूट ਜਾਂ ਆਪਾਂ कह सकते हैं प्लस माइनस 20। इथों x ने दो वैल्यूज आईਆਂ +20 एंड -20। -20 आप रिजेक्ट करांगे क्योंकि लेंथ नेगेटिव होनी चाहिए, तो अपना आंसर होगा +20। इथों अपन क्वाड्रेटिक के तरीके नाल भी सॉल्व कर सकते हैं। क्वाड्रेटिक के तरीके नाल सॉल्व करने के लिए जे मैं लिख के दस देना, सॉल्व तुसीं आप करना। इत्थे आप कहांगे x²
एक्स वाली टर्म मिसिंग है तो आप लेंगे 0 इंटू एक्स, ये 400 इधर आगे -400 इज इक्वल टू 0। इथों ए की वैल्यू अपने को आ गई 1, बी की वैल्यू 0 तो सी की वैल्यू -400। तो सॉल्व करके देखियो उत्थों भी अपने को एक्स की वैल्यू +-20 आएगी। चलो आप कर ही लेने तो जे करिए तो एक्स बी स्केयर -4 कितना आएगा, बी की वैल्यू 0 सब्सिट्यूट की -4 इंटू ए की वैल्यू 1, सी की वैल्यू -400, ये अपने को आ गया 1600। तो ग्रेटर देन 0 तो आप फाइंड कर सकते हैं। तो एक्स की वैल्यू की होगी माइनस ऑफ बी, ये तो 0 अपनी, तो बाकी रहेगा +-b स्केयर -4 इज द रूट 1600 डिवाइड बाय 2 इंटू ए, 2 इंटू 1 2, इतने अपना आ गया स्केयर रूट करके +-14 डिवाइड बाई 2, ये अपना आ गया +-20, अपनी यही वैल्यूज आ गई +-20। तो नैगेटिव आप रिजेक्ट करांगे क्योंकि लेंथ नैगेटिव हो नहीं सकती, तो इसलिए जी एक्स की वैल्यू कितनी है 20, तो इस रैक्टेंगुलर फील्ड की वैल्यू होगी ਜਾਂ ब्रैथ हैगी वो 20 है, तो लेंथ कितनी होगी अपनी 2 × 20 40 मीटर। तो ये कंडीशन पॉसिबल सी, तो आप आंसर फाइंड कर लिया। तो नैक्सट है प्रॉब्लम नंबर 4। प्रॉब्लम नंबर 4 ਦੇ ਵਿੱਚ ਆਪਾਂ ਨੂੰ ਕੀ ਹੋਣਾ, 4 ਵਿੱਚ ਉਹਨਾਂ ਨੇ ਪੁੱਛਿਆ is the following situation possible, if so determine their present ages। the sum of the ages of two friends is 20 years। 4 years ago the product of their ages in years was 48। ਆਪਾਂ ਨੂੰ ਕੰਡੀਸ਼ਨ ਦਿੱਤੀ ਹੈ ਤੇ ਪੁੱਛਿਆ ਵੀ ਪੋਸੀਬਲ ਹੈ ਜਾਂ ਨਹੀਂ। ਆਪਾਂ ਨਾ ਪਹਿਲਾਂ ਕੀ ਕਰ ਦੇਂਗੇ, let age of फर्स्ट फ्रेंड, पहले फ्रेंड की आप एज कितने मान लेने x ईयर्स मान लेने, देन एज ऑफ सेकंड फ्रेंड, दोनों सम 20 ईयर्स गिवन अपन, ते जे एदी x है तो दूसरे की कितनी होनी है 20 माइनस x ईयर्स। ते 4 ईयर्स एगो 4 साल पहला तो 4 ईयर्स एगो एज ऑफ फर्स्ट फ्रेंड, ਅੱਜ ਤੋਂ 4 ਸਾਲ ਪਹਿਲਾਂ ਪਹਿਲੇ ਦੋਸਤ ਦੀ ਜਿਹੜੀ ਏਜ ਹੈ ਕਿੰਨੀ ਹੋਣੀ ਹੈ, ਜੇ ਅੱਜ x ਹੈਗੀ ਤਾਂ 4 ਸਾਲ ਪਹਿਲਾਂ ਕਿੰਨੀ ਹੋਣੀ ਆ x - 4 ਇਅਰਸ। 4 ਇਅਰਸ ਅਗੋ ਏਜ ਆਫ ਸੈਕੰਡ ਫਰੈਂਡ ਕਿੰਨੀ ਹੋਣੀ ਆ, ਅੱਜ ਦੀ 20 - x ਆ, 4 ਇਅਰ ਅਗੋ 4 ਮਾਈਨਸ ਕਰ ਦਿੰਦੇ ਆਪਾਂ 16 - x ਇਅਰਸ। ਉਹਨਾਂ ਨੇ ਦੱਸਿਆ 4 ਇਅਰਸ ਅਗੋ ਉਹਨਾਂ ਦਾ ਪ੍ਰੋਡਕਟ ਕਿੰਨਾ 48, ਮੀਨਿੰਗ ਕਿ ਇਹਨਾਂ ਦੋਨਾਂ ਦਾ ਜਿਹੜਾ ਪ੍ਰੋਡਕਟ ਹੋਏਗਾ x - 4 इंटू 16 माइनस एक्स एक कितना होना 48। तो आपको पूछा भी ये कंडीशन पॉसिबल है, तो जे है तो उन्होंने एज पता करो। तो आप सिंपलीफाई करके देखते हैं पहला भी इन्होंने पॉसिबल है कंडीशन या नहीं। प्रोडक्ट करेंगे एक्स 16 नाल, ये 16x माइनस एक्स स्क्वेयर माइनस 64 प्लस 4x इज इक्वल टू 48। इतों सारिया चीज़ा आप एक साइड पर लेने, ये माइनस एक्स स्क्वेयर उधर जाके हो गया प्लस का एक्स स्क्वेयर 4x प्लस 16x 20x उधर जाके होगा -20x, ये -64 उधर जाके होगा +64 64 प्लस 48 112 इज इक्वल टू 0। तो जी आप हम इतने रूट्स की नेचर पता करिए तो आप डिस्क्रिमिनेट की वैल्यू फाइंड करेंगे b स्क्वेयर -4 इतों b की वैल्यू कितनी है -20 -20 का स्क्वेयर -4 इंटू ए की वैल्यू कितनी है 1 इंटू सी की वैल्यू कितनी है 112 इज इक्वल टू -20 स्क्वेयर 400 -4 इंटू 1 4 4 इंटू 112 448 इज इक्वल टू -48। ये लेस देन 0 होगा तो रूट्स तो पॉसिबल ही नहीं, नो रियल रूट्स आर देयर, इस करके जी यही कंडीशन है ये नहीं पॉसिबल है। तो आप लिखेंगे दिस सिचुएशन इज नॉट पॉसिबल। तो प्रॉब्लम नंबर 5 गिवन अपन, तो इस एक्सरसाइज की लास्ट प्रॉब्लम है, तो ये भी अपनी कंप्लीट हो जानी। तो जो कोई क्वेरी ਤੁਹਾਡੀ ਰਹਿੰਦੀ है तो तुसी मैनू कमेंट सैक्शन ਦੇ ਵਿੱਚ लिखो ਜਾਂ अपने टैलीग्राम चैनल पर आके डिस्कस कर लेंगे ਆਪਾਂ। तो 5th प्रॉब्लम दी अपन, इज इट पॉसिबल टू डिजाइन ए रैक्टेंगुलर पार्क ऑफ पैरीमीटर 80। अपन रैक्टेंगुलर पार्क बारे पूछा ने भी ये पॉसिबल है या नहीं। आप मान लेना लेट की लेंथ कितनी है x, ब्रेथ कितनी है y। उन्होंने दसा भी पैरीमीटर है 80 मीटर एंड एरिया है
400 मीटर स्क्वायर भी की है पॉसीबल है, तो जो पॉसीबल है तो इसकी लेंथ ते ब्रैथ पता करो। ਆਪਾਂ ਨੂੰ ਪਤਾ ਜਿਹੜਾ ਪੈਰੀਮੀਟਰ ਹੁੰਦਾ ਉਹ ਕੀ ਹੁੰਦਾ ਗਾ, ਸਾਰੀਆਂ ਸਾਈਡ ਦਾ ਸਮ ਹੁੰਦਾ ਗਾ, ਇਹ ਵੀ x ਆ ਤਾਂ ਇਹ ਵੀ x ਹੋਏਗਾ, ਇਹ y ਆ ਤਾਂ ਇਹ ਵੀ y ਹੋਏਗਾ। ਸਾਰੀਆਂ ਸਾਈਡ ਦਾ ਸਮ ਕਿੰਨਾ ਹੈਗਾ ਫਿਰ ਤੋਂ 2x + 2y। ਇਹ ਆਪਾਂ ਨੂੰ ਪੈਰੀਮੀਟਰ ਦਿੱਤਾ ਗਾ 80 ਮੀਟਰ, ਤਾਂ ਆਪਾਂ ਨੂੰ ਸਿੰਪਲੀਫਾਈ ਕਰ ਸਕਦੇ ਹਾਂ x + y = 40। ਇਹਨੂੰ ਆਪਾਂ ਇਕੁਏਸ਼ਨ ਨੰਬਰ 1 ਮਾਰਕ ਕਰ ਲੈਂਦੇ ਹਾਂ। ਤੇ ਦੂਸਰਾ ਆਪਾਂ ਨੂੰ ਕਿਹਾ ਉਹਨਾਂ ਨੇ ਇਹਦਾ ਏਰੀਆ ਹੈ 400 ਮੀਟਰ ਸਕੁਅਰ। ਏਰੀਆ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ, ਤਾਂ ਆਪਾਂ ਕਹਿੰਦੇ ਹਾਂ x × y = 400 ਮੀਟਰ ਸਕੁਅਰ। ਇਹਨੂੰ ਆਪਾਂ ਇਕੁਏਸ਼ਨ ਨੰਬਰ 2 ਮਾਰਕ ਕਰ ਲੈਂਦੇ ਹਾਂ। ਫਿਰ 1 ਤੋਂ ਆਪਣੇ ਕੋਲ ਕੀ ਪੋਸੀਬਲ ਆ, ਆਪਾਂ ਲਿਖਾਂਗੇ ਫਰੋਮ 1 y = 40 - x। ਇਹਨੂੰ ਆਪਾਂ 3 ਨੰਬਰ ਮਾਰਕ ਕਰ ਲਈਏ। ਲਿਖਦੇ ਹਾਂ ਸਬਸਟੀਟਿਊਟ ਇਨ ਇਕੁਏਸ਼ਨ ਨੰਬਰ 2। ਇਹ ਵੈਲਿਊ ਆਪਾਂ ਇਕੁਏਸ਼ਨ ਨੰਬਰ 2 ਦੇ ਵਿੱਚ ਸਬਸਟੀਟਿਊਟ ਕਰ ਦਿੰਦੇ ਹਾਂ। x ਦੀ ਵੈਲਿਊ ਐਜ਼ ਇਟ, y ਦੀ ਵੈਲਿਊ ਕਿੰਨੀ ਆ 40 - x = 400। ਇਹਨੂੰ ਸਿੰਪਲੀਫਾਈ ਕਰਕੇ ਇਹਨੇ ਆਉਣਾ 40x - x² = 400। ਸਾਰੀਆਂ ਟਰਮਸ ਇੱਕ ਸਾਈਡ ਤੇ ਲੈ ਜਾ ਕੇ x² ਉਧਰ ਜਾ ਕੇ ਉਹ ਇਹਨਾਂ ਪਲੱਸ ਦਾ, ਇਹ ਉਧਰ ਜਾ ਕੇ ਉਹਨਾਂ ਮਾਈਨਸ ਦਾ, ਇਹ 400 ਐਜ਼ ਇਟ ਰਹੇ ਨਾ ਆਪਣਾ = 0। ਤੇ ਅੱਗੇ ਆਪਾਂ ਰੂਟਸ ਦੀ ਨੇਚਰ ਪਤਾ ਕਰਦੇ ਹਾਂ ਤੇ ਦੇਖਾਂਗੇ ਕਿ ਪੋਸੀਬਲ ਹੈ ਜਾਂ ਨਹੀਂ। ਤੇ b² - 4ac ਦੀ ਵੈਲਿਊ ਕੀ ਹੈ, b ਦੀ ਵੈਲਿਊ -40 -40 ਦਾ ਸਕੁਅਰ -4 × a, a ਦੀ ਵੈਲਿਊ 1 × c, c ਦੀ ਵੈਲਿਊ ਹੈ 400। -40 ਦਾ ਸਕੁਅਰ ਹੈਗਾ 1600 -4 × 400 1600 = 0। ਤੇ 0 ਦਾ ਇਹਦੇ ਰੂਟਸ ਪੋਸੀਬਲ ਹੈ, ਇਕੁਅਲ ਹੋਣਗੇ। ਆਪਾਂ ਫਾਈਂਡ ਕਰਦੇ ਹਾਂ x ਦੀ ਵੈਲਿਊ = -of b -of -40 ± 0 / 2 × a। a ਦੀ ਵੈਲਿਊ ਕਿੰਨੀ ਹੈ 1, ਤਾਂ ਆਪਣੇ ਕੋਲ ਆਨਸਰ ਆ ਗਿਆ -40 / 2 = 20। x ਦੀ ਵੈਲਿਊ ਆਪਣੇ ਕੋਲ ਆ ਗਈ 20, ਤਾਂ ਆਪਾਂ ਇੱਥੇ ਕਹਾਂਗੇ ਵੀ ਜਿਹੜੀ ਲੈਂਥ ਆ ਇਹ 20 ਆ। ਤੇ ਇਹਦੀ ਬ੍ਰੈਡਥ ਕਿੰਨੀ ਹੋਗੀ, ਬ੍ਰੈਡਥ ਆਪਾਂ ਨੂੰ ਇਕੁਏਸ਼ਨ ਨੰਬਰ 3 ਦੇ ਵਿੱਚ ਸਬਸਟੀਟਿਊਟ ਕਰਾਂਗੇ। ਇੱਥੇ ਭਰ ਕੇ y ਦੀ ਵੈਲਿਊ ਕਿੰਨੀ ਹੋਣੀ ਆ 40 - x ਦੀ ਵੈਲਿਊ 20 ਫਾਈਂਡ ਕੀਤੀ ਆਪਾਂ ਨੇ, ਤਾਂ y ਦੀ ਵੈਲਿਊ ਆਪਣੇ ਕੋਲ ਕੀ ਆ ਗਈ 20 ਮੀਟਰ ਆ ਗਈ। ਲੈਂਥ ਵੀ 20 ਮੀਟਰ ਆ ਤੇ ਬ੍ਰੈਡਥ ਵੀ 20 ਮੀਟਰ ਆ। ਇਹਦੇ ਨਾਲ ਆਪਣੀ ਐਕਸਰਸਾਈਜ਼ ਪੂਰੀ ਹੋ ਗਈ। ਤੇ ਜੇ ਤੁਹਾਨੂੰ ਆਪਣੇ ਪੜ੍ਹਾਉਣ ਦਾ ਢੰਗ ਵਧੀਆ ਲੱਗ ਰਿਹਾ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ। ਫੀਡਬੈਕ ਜ਼ਰੂਰ ਦੇ ਕੇ ਜਾ ਕਰੋ ਕਮੈਂਟ ਕਰਕੇ। ਥੈਂਕਸ ਫॉर वाचिंग।